ਪਿਆਰੇ ਦੋਸਤੋ, ਤੁਹਾਨੂੰ ਆਪਾਂ ਵੱਖ-ਵੱਖ ਸ਼ਖਸੀਅਤਾਂ ਨਾਲ ਤੁਹਾਡੀ ਜਾਣ ਪਹਿਚਾਣ ਕਰਵਾਉਂਦੇ ਰਹਿੰਦੇ ਹਾਂ ਤੇ ਅੱਜ ਆਪਾਂ ਜਿਸ ਸ਼ਖਸੀਅਤ ਨਾਲ ਤੁਹਾਡੀ ਜਾਣ ਪਹਿਚਾਣ ਕਰਵਾਉਣ ਲੱਗੇ ਹਾਂ ਉਹ ਪੰਜਾਬ ਦੀ ਧਰਤੀ ਤੋਂ ਬਹੁਤ ਦੂਰ ਆਪਣਾ ਪੰਜਾਬ ਵਸਾਈ ਬੈਠਾ ਹੈ। ਪੰਜਾਬੀਅਤ ਦਾ ਪਹਿਰੇਦਾਰ ਹੈ। ਉਸ ਨੂੰ ਪੰਜਾਬੀ ਤੇ ਪੰਜਾਬੀਅਤ ਦਾ ਅਸੀਂ ਰਾਜਦੂਤ ਕਹਿ ਦਿੰਦੇ ਹਾਂ, ਅੰਬੈਸਡਰ ਹੈ। ਇੱਕ ਬਹੁਤ ਹੀ ਸੋਹਣਾ ਦੇਸ਼ ਹੈ, ਸਾਡੇ ਤੋਂ ਬਾਅਦ ਦੇ ਵਿੱਚ ਆਜ਼ਾਦ ਹੋਇਆ, ਪਰ ਉਸ ਨੇ ਇੰਨੀ ਕੁ ਤਰੱਕੀ ਕੀਤੀ ਕਿ ਅੱਜ ਹਰ ਇੱਕ ਦੀ ਇੱਛਾ ਹੈ ਕਿ ਉਸ ਮੁਲਕ ਦੇ ਵਿੱਚ ਜਾ ਕੇ ਉਹ ਵਸੇ। ਮੇਰੀ ਮੁਰਾਦ ਹੈ ਮਲੇਸ਼ੀਆ ਤੋਂ, ਜਿਸ ਨੂੰ ਮਲਾਇਆ ਕਹਿੰਦੇ ਨੇ। ਮਲੇਸ਼ੀਆ ਦਾ ਤੇ ਭਾਰਤ ਦਾ ਆਪਸ 'ਚ ਬੜਾ ਡੂੰਘਾ ਸੰਬੰਧ ਰਿਹਾ ਹੈ। ਇਹਨਾਂ ਦਾ ਇੱਕ ਦੂਸਰੇ ਨਾਲ ਆਦਾਨ ਪ੍ਰਦਾਨ ਰਿਹਾ ਹੈ ਤੇ ਹੁਣ ਵੀ ਬੜੇ ਅੱਛੇ ਸੰਬੰਧ ਨੇ। ਉੱਥੇ ਇੱਕ ਅਜਿਹੀ ਸ਼ਖਸੀਅਤ ਰਹਿੰਦੀ ਹੈ ਜਿਸ ਦੀ ਮੈਂ ਗੱਲ ਕਰ ਰਿਹਾ ਸੀ ਤੇ ਤੁਹਾਡੇ ਨਾਲ ਉਹਨਾਂ ਦੀ ਮੁਲਾਕਾਤ ਕਰਵਾਉਣੇ ਆ। ਮੇਰੀ ਮੁਰਾਦ ਹੈ ਕਰਨੈਲ ਸਿੰਘ ਸ਼ੌਂਕੀ। ਉਹਨਾਂ ਨੂੰ ਸਟੂਡੀਓ ਦੇ ਵਿੱਚ ਜੀ ਆਇਆਂ। ਸ਼ੌਂਕੀ ਸਾਹਿਬ, ਸਤਿ ਸ੍ਰੀ ਅਕਾਲ। ਹਾਂਜੀ ਸ਼ੌਂਕੀ ਸਾਹਿਬ, ਤੁਹਾਡਾ ਨਾਂ ਬਹੁਤ ਸੁਣਿਆ ਤੇ ਜਦੋਂ ਵੀ ਕਦੇ ਮਲੇਸ਼ੀਆ ਦੇ ਵਿੱਚ ਇੱਥੋਂ ਦੇ ਕਿਤੇ ਗੱਲ ਕਰੀਦੀ ਹੈ ਕਿਸੇ ਨਾਲ ਜਿਹੜੇ ਕਿ ਪੰਜਾਬੀ ਲੋਕ ਰਹਿੰਦੇ ਆ ਤਾਂ ਉੱਥੇ ਤੁਹਾਡਾ ਜ਼ਿਕਰ ਜ਼ਰੂਰ ਹੁੰਦਾ ਹੈ। ਜਦੋਂ ਗੱਲ ਸਾਹਿਤ ਸਭਾ ਦੀ ਆਉਂਦੀ ਹੈ ਜਾਂ ਪੰਜਾਬੀਅਤ ਦੀ ਆਉਂਦੀ ਹੈ ਜਾਂ ਲੇਖਕਾਂ ਦੀ ਆਉਂਦੀ ਹੈ ਜਾਂ ਕਿਸੇ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਆਉਂਦੀ ਹੈ ਤਾਂ ਉੱਥੋਂ ਕਰਨੈਲ ਸਿੰਘ ਸ਼ੌਂਕੀ ਦਾ ਨਾਂ ਵਿੱਚ ਜ਼ਰੂਰ ਆਉਂਦਾ ਹੈ। ਤੇ ਤੁਹਾਡੀ ਦਿੱਖ ਤੋਂ ਵੀ ਲੱਗਦਾ ਹੈ ਕਿ ਤੁਸੀਂ ਸ਼ੌਂਕੀ ਹੋ, ਕਿਉਂਕਿ ਰੰਗਦਾਰ ਤੁਹਾਡੀ ਰੰਗ ਬਰੰਗੀ 50 ਤੁਸੀਂ ਉਸ ਤਰ੍ਹਾਂ ਹੀ ਪੰਜਾਬੀਅਤ ਨੂੰ ਰੱਖਿਆ ਹੋਇਆ, ਸਿਰ ਤੇ ਦਸਤਾਰ ਤੁਹਾਡੇ। ਤੇ ਇਹ ਮੈਨੂੰ ਪਹਿਲਾਂ ਤਾਂ ਇੱਥੋਂ ਹੀ ਆਪਾਂ ਸ਼ੁਰੂ ਕਰਦੇ ਹਾਂ। ਪਹਿਲਾਂ ਮੈਨੂੰ ਸ਼ੌਂਕੀ ਦਾ ਦੱਸੋ ਵੀ ਸ਼ੌਂਕੀ ਤੁਹਾਡੇ ਨਾਲ ਕਿਵੇਂ ਜੁੜਿਆ? ਤੁਸੀਂ ਸ਼ੌਂਕੀ ਕਾਹਦੇ ਰਹੇ ਹੋ? ਸ਼ੌਂਕ ਹਰ ਇੱਕ ਹੀ ਕੰਮ ਦਾ ਸ਼ੌਂਕ ਰਿਹਾ ਹੈ, ਕਿਉਂਕਿ ਉਦੋਂ ਉੱਥੇ 3 ਕਰਨੈਲ ਸਿੰਘ ਸੀਗੇ ਤੇ ਮੈਂ ਕਵਿਤਾ ਬੋਲਣ ਦੇ ਵਿੱਚ ਫਿਰ ਸ਼ੌਂਕ ਸੀ, ਬਹੁਤ ਸ਼ੌਂਕ ਸੀ। ਹਾਂਜੀ। ਸ਼ੌਂਕ ਦੇ ਨਾਲ ਚਲੋ, ਸ਼ੌਂਕ ਦੇ ਨਾਲ ਸ਼ੌਂਕ ਹੁੰਦਾ ਹੁੰਦਾ ਸ਼ੌਂਕੀ ਦਾ ਨਾਂ ਹੀ ਪੈ ਗਿਆ। ਸ਼ੌਂਕੀ ਕਿਹੜਾ ਕਰਨੈਲ ਬਈ? ਸ਼ੌਂਕੀ ਕਰਨੈਲ। ਹਾਂਜੀ ਹਾਂ, ਇਹ ਮੇਰਾ ਤਖੱਲਸ ਹੈ, ਕੋਈ ਗੋਤ ਨਹੀਂ, ਕੋਈ ਕੁਛ ਨਹੀਂ, ਇਹ ਤਖੱਲਸ ਹੈ ਜੀ। ਵਾਹ। ਤੇ ਸ਼ੌਂਕੀ ਸਾਹਿਬ ਇਹ ਦੱਸੋ ਵੀ ਤੁਹਾਡਾ ਜਿਹੜਾ ਇੱਥੇ ਭਾਰਤ ਤੋਂ ਮਲੇਸ਼ੀਆ ਜਿਹੜਾ ਪ੍ਰਵਾਸ ਹੋਇਆ, ਇਹ ਹੋਇਆ ਕਿਵੇਂ? ਤੁਸੀਂ ਇੱਥੇ ਪਹੁੰਚੇ ਕਿਵੇਂ? ਇੱਥੋਂ ਦਾ ਇਹ ਵੀ ਥੋੜਾ ਜਿਹਾ ਸਾਨੂੰ ਸੰਖੇਪ ਦੇ ਵਿੱਚ ਦੱਸੋ। ਮੇਰੇ ਪਿਤਾ ਜੀ ਪਿੰਡ ਸਿੰਘਪੁਰਾ, ਉਸ ਸਮੇਂ ਜ਼ਿਲ੍ਹਾ ਅੰਬਾਲਾ, ਅੱਜ ਕੱਲ੍ਹ ਪਟਿਆਲੇ ਵਿੱਚ ਆ ਗਿਆ ਹੋਇਆ, ਉਹ ਮਲਾਇਆ ਆਏ। ਅੱਛਾ ਜੀ। ਸਨ 1930 ਵਿੱਚ। ਹਾਂਜੀ। ਉਹਨਾਂ ਨੇ ਕੁਝ ਸਮਾਂ ਇੱਥੇ, ਉਹ ਅਖੰਡ ਪਾਠੀ ਸੀਗੇ, ਉਹਨਾਂ ਨੇ ਕੁਝ ਸਮਾਂ ਇੱਥੇ ਗ੍ਰੰਥੀ ਦਾ ਕੰਮ ਕੀਤਾ। ਹਾਂਜੀ। ਤੇ ਫਿਰ 2-3 ਸਾਲ ਬਾਅਦ ਉਹ ਪੰਜਾਬ ਨੂੰ ਵਾਪਸ ਚਲੇ ਗਏ। ਉਹ ਫਿਰ ਸ਼ਾਦੀ ਕਰਕੇ ਫਿਰ ਆਏ। ਅਸੀਂ ਸਾਰੇ ਮਲਾਇਆ ਦੇ ਜੰਮ ਪਲੇ ਹਾਂ, ਜਿੰਨੇ ਵੀ ਭੈਣ ਭਰਾ ਸੀ, 7 ਭੈਣ ਭਰਾ ਵਾ, ਸਾਰੇ ਮਲਾਇਆ ਦੇ ਜੰਮ ਪਲੇ ਹਾਂ। ਤੇ ਸ਼ੌਂਕੀ ਸਾਹਿਬ, ਇਹ ਤੁਹਾਨੂੰ ਜਿਹੜਾ ਪੰਜਾਬੀਅਤ ਦਾ ਤੁਹਾਨੂੰ ਝੰਡਾ ਬਰਦਾਰ ਕਹਿੰਦੇ ਆ, ਤੁਹਾਨੂੰ ਕਹਿੰਦੇ ਆ ਕਿ ਤੁਸੀਂ ਮਲੇਸ਼ੀਆ ਦੇ ਵਿੱਚ ਇੱਕ ਤਰ੍ਹਾਂ ਰਾਜਦੂਤ ਹੋ, ਕਿਉਂਕਿ ਤੁਸੀਂ ਕਵੀ ਵੀ ਹੋ, ਤੁਸੀਂ ਨਾਲ ਦੇ ਨਾਲ ਪੱਤਰਕਾਰਤਾ ਵੀ ਕੀਤੀ ਹੈ। ਇਹ ਤੁਹਾਨੂੰ ਜਿਹੜਾ ਕਵੀ ਬਣਦਾ ਜਾਂ ਕਵਿਤਾ ਨਾਲ ਮੋਹ ਕਿਸ ਤਰ੍ਹਾਂ ਜਾਗਿਆ? ਤੁਸੀਂ ਇਹ ਕਦੋਂ ਸ਼ੁਰੂਆਤ ਕੀਤੀ ਸੀ? ਦੇਖੋ, ਜਦੋਂ ਅਸੀਂ ਨਵਾਂ ਬਸਤੀ ਵਸਾਈ ਗਈ ਸੀ ਰਾਸਾ ਵਿਖੇ, ਤੇ ਸਾਡੇ ਸਾਹਮਣੇ ਘਰ ਦੇ ਗੁਰਦੁਆਰਾ ਸੀਗਾ। ਅੱਛਾ ਜੀ। ਘਰ ਦੇ ਸਾਹਮਣੇ ਗੁਰਦੁਆਰਾ ਸੀਗਾ ਤੇ ਗੁਰਦੁਆਰੇ ਨਾਲ ਮੋਹ ਪਿਆਰ, ਸਵੇਰ ਤੋਂ ਸ਼ਾਮ ਤੱਕ ਸੇਵਾ ਦੇ ਵਿੱਚ ਹਿੱਸਾ ਲੈਣਾ। ਤੇ ਹਾਂਜੀ, ਅਜੇ 14-15 ਸਾਲ ਦੀ ਉਮਰ ਸੀਗੀ ਜਦੋਂ ਕਿ ਕਵਿਤਾਵਾਂ ਬੋਲਣੀਆਂ ਸ਼ੁਰੂ ਕੀਤੀਆਂ ਗੁਰਦੁਆਰਾ ਸਾਹਿਬ ਰਾਸਾ ਵਿਖੇ। ਹਾਂਜੀ। ਉੱਥੇ ਦੀਵਾਨ ਸਜਦੇ ਸਨ, ਵੀਕਲੀ, ਹਫ਼ਤਾਵਾਰ ਸਪਤਾਹਿਕ ਦੀਵਾਨ ਹੁੰਦੇ ਸਨ ਤੇ ਉਹਦੇ ਵਿੱਚ ਕਵਿਤਾ ਜ਼ਰੂਰ ਬੋਲਣੀ। ਬੋਲਦੇ ਬੋਲਦੇ ਕਵਿਤਾ ਲਿਖਣ ਲੱਗ ਪਏ। ਜਦੋਂ ਅਖਬਾਰਾਂ 'ਚ ਕਵਿਤਾ ਆਉਣ ਲੱਗੀ ਤੇ ਉਹ ਉਸ ਪਾਸੇ ਵੱਲ ਰੁਚੀ ਬਹੁਤ ਹੋ ਗਈ ਤੇ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਫਿਰ ਕਵਿਤਾਵਾਂ ਲਿਖੀਆਂ ਤੇ ਬੋਲੀਆਂ ਗਈਆਂ। ਸ਼ੌਂਕੀ ਸਾਹਿਬ, ਤੁਹਾਡੀ ਮੈਨੂੰ ਇੱਕ ਕਿਤਾਬ ਵੀ ਮਿਲੀ ਆ, ਮੈਂ ਉਹ ਕਿਤਾਬ ਪੜ੍ਹੀ ਵੀ ਆ। ਤੁਸੀਂ ਕਿਤਾਬ ਦੇਖ ਰਹੇ ਹੋ, ਸ਼ੌਂਕੀ ਸਾਹਿਬ ਦੀ ਇਹ ਕਿਤਾਬ ਹੈ ਸ਼ੌਂਕੀ ਦੁਨੀਆ ਜੀ। ਆਪਾਂ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਤੇ ਇਹ ਕਿਤਾਬ ਮੈਂ ਤੁਹਾਡੀ ਪੜ੍ਹੀ ਹੈ ਤੇ ਇਹਦੇ ਵਿੱਚ ਮੈਂ ਦੇਖਿਆ ਕਿ ਤੁਹਾਡਾ ਜਿਹੜਾ ਕਵਿਤਾਵਾਂ ਦਾ ਵਿਸ਼ਾ ਉਹ ਜਾਂ ਤਾਂ ਧਾਰਮਿਕ ਹੈ, ਖਾਸ ਕਰਕੇ ਉਹ ਗੁਰੂ ਘਰ ਨਾਲ ਜੁੜਿਆ ਹੋਇਆ, ਗੁਰੂ ਸਾਹਿਬਾਨ ਨਾਲ ਜੁੜਿਆ ਹੈ, ਸਿੱਖ ਧਰਮ ਨਾਲ ਜੁੜਿਆ।
ਤੇ ਜਾਂ ਜੀ ਉਹ ਕੁਦਰਤ ਦੇ ਨਾਲ ਜੁੜਿਆ ਹੋਇਆ ਉਹਦੇ ਚ, ਕਿਉਂਕਿ ਸਾਨੂੰ ਕਈ ਕਵਿਤਾਵਾਂ ਦੇ ਵਿੱਚ ਭਾਈ ਵੀਰ ਸਿੰਘ ਦੀ ਜਿਹੜੀ ਹੈ ਉਹ ਝਲਕ ਨਜ਼ਰ ਆਉਂਦੀ ਹੈ ਤੁਹਾਡੀਆਂ ਕਵਿਤਾਵਾਂ ਦੇ ਵਿੱਚੋਂ। ਤੇ ਜੀ ਤੁਸੀਂ ਜੀ ਇਹਨਾਂ ਵਿਸ਼ਾ ਤੋਂ ਹਟ ਕੇ ਵੀ ਕੁਝ ਲਿਖਿਆ, ਜਾਂ ਤੁਸੀਂ ਖਾਸ ਕਰਕੇ ਜਿਹੜਾ ਇਸੇ, ਕਿਉਂਕਿ ਤੁਸੀਂ ਗੁਰੂ ਘਰ ਤੋਂ ਜਿਹੜੀਆਂ ਕਵਿਤਾਵਾਂ ਬੋਲਣੀਆਂ ਸ਼ੁਰੂ ਕੀਤੀਆਂ ਤੇ ਉੱਥੇ ਤੁਸੀਂ ਗੁਰੂ ਘਰ ਦੇ ਉਸ ਸਿੱਖ ਧਰਮ ਦੇ ਹੀ ਤੁਸੀਂ ਜ਼ਿਆਦਾ ਉਸ ਦੀਆਂ ਬਾਅਦ ਚ ਰਚਨਾਵਾਂ ਕੀਤੀਆਂ, ਤੇ ਜਿਹੜੇ ਕੁਦਰਤੀ ਜਿਹੜਾ ਪਰਮਾਤਮਾ ਨੇ, ਇਹ ਤੁਹਾਡੇ ਅੰਦਰ ਫਿਰ ਕਿਵੇਂ ਭਾਵਨਾ ਆਈ ਹੈ? ਦੇਖੋ ਜੀ, ਸਭ ਤੋਂ ਪਹਿਲਾਂ ਜਦੋਂ ਕਵਿਤਾਵਾਂ ਬੋਲਣੀਆਂ ਸ਼ੁਰੂ ਕੀਤੀਆਂ, ਦਾਸ ਪਾਸ ਕੁਝ ਕਿਤਾਬਾਂ ਸਨ, ਸੰਤ ਭਾਈ ਸੋਹਣ ਸਿੰਘ ਸੀਤਲ ਦੀਆਂ ਵਾਰਾਂ ਸਨ ਮੇਰੇ ਕੋਲ। ਅੱਛਾ ਜੀ। ਉਹਨਾਂ ਵਾਰਾਂ ਨੇ ਮੇਰੇ ਅੰਦਰ ਬੜੀ ਸਪਿਰਿਟ ਭਰੀ, ਬੜਾ ਜਜ਼ਬਾ ਕਾਇਮ ਕੀਤਾ। ਤੇ ਸ਼ਹੀਦਾਂ ਦੀਆਂ ਯਾਦਗਾਰਾਂ ਪੜ੍ਹ ਕੇ, ਉਹਨਾਂ ਦੇ ਕਾਰਨਾਮੇ ਪੜ੍ਹ ਕੇ, ਉਹਨਾਂ ਦੀ ਬਹਾਦੀਆਂ ਪੜ੍ਹ ਕੇ, ਖਾਸ ਕਰਕੇ ਆਪਣੇ ਗੁਰੂਆਂ ਦੇ ਨਾਲ, ਗੁਰਦੁਆਰਾ ਸਾਹਮਣੇ ਹੋਣ ਦੇ ਨਾਲ, ਗੁਰੂ ਘਰ ਦੇ ਨਾਲ ਬਹੁਤ ਪਿਆਰ ਰਿਹਾ। ਤੇ ਸ਼ੁਰੂ ਤੋਂ ਗੁਰੂਆਂ ਤੇ ਹੀ ਕਵਿਤਾਵਾਂ ਲਿਖੀਆਂ ਨੇ। ਸਾਰੀਆਂ ਕਵਿਤਾਵਾਂ ਤੁਸੀਂ ਵੇਖੋਗੇ, ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ, ਇਹਨਾਂ ਉੱਤੇ ਕਵਿਤਾਵਾਂ ਲਿਖੀਆਂ ਹੋਈਆਂ ਨੇ। ਜਿਹੜਾ ਹੋਰ ਕਵਿਤਾਵਾਂ ਮਗਰੋਂ ਸ਼ੁਰੂ ਹੁੰਦੀਆਂ ਨੇ, ਬਹੁਤ ਮਗਰੋਂ ਮੈਂ ਸ਼ੁਰੂ ਕੀਤੀਆਂ ਇਹ, ਔਰ ਇਹਦੇ ਵਿੱਚ ਮੈਨੂੰ ਬੜਾ ਆਨੰਦ ਆਇਆ, ਔਰ ਸਰੋਤਿਆਂ ਨੇ ਮੈਨੂੰ ਬੜਾ ਇਸ ਦੇ ਵਿੱਚ ਮਾਣ ਬਖਸ਼ਿਆ, ਔਰ ਉਹਨਾਂ ਨੇ ਇਹਦੀ ਸਰੋਤਾ ਕੀਤੀ। ਔਰ ਇਸ ਕਰਕੇ ਮੈਂ ਕਲਚਰ ਦੇ ਤੌਰ ਤੇ, ਧਾਰਮਿਕ ਦੇ ਤੌਰ ਤੇ, ਹੋਰ ਵੀ ਦੁਨੀਆਦਾਰੀ ਦੇ ਤੌਰ ਤੇ ਇਸ ਵੇਲੇ ਕਵਿਤਾਵਾਂ ਲਿਖ ਰਿਹਾ ਵਾਂ, ਔਰ ਲਿਖੀ ਜਾ ਰਿਹਾ। ਇਹ ਕਲਮ ਜਿਹੜੀ ਹੈ, ਇਹ ਮੇਰੇ ਹੱਥ ਵਿੱਚ ਪਰਮਾਤਮਾ ਦੀ ਕਿਰਪਾ ਹੈ। ਤੇ ਇਹਦੇ ਨਾਲ ਮੈਂ ਇਹ ਕਵਿਤਾਵਾਂ ਨਾਲ ਮੈਂ ਹੁਣ ਜੁੜਿਆ ਹੋਇਆ। ਤੇ ਇਹ ਕਵਿਤਾਵਾਂ ਮੇਰੀਆਂ ਅਮਰੀਕਾ, ਕੈਨੇਡਾ, ਇੰਡੀਆ, ਪੰਜਾਬ, ਸਿੰਗਾਪੁਰ, ਮਲੇਸ਼ੀਆ, ਇਹਨਾਂ ਅਖਬਾਰਾਂ ਵਿੱਚ ਮੇਰੀਆਂ ਕਵਿਤਾਵਾਂ ਛਪ ਚੁੱਕੀਆਂ ਨੇ, ਔਰ ਮੇਰੇ ਲੇਖ ਛਪ ਚੁੱਕੇ ਨੇ। ਤੇ ਸ਼ੰਕ ਸਾਹਿਬ, ਤੁਸੀਂ ਇੱਥੇ ਕੋਈ ਸਾਹਿਤ ਸਭਾ ਵੀ ਕੋਈ ਬਣਾਈ, ਜਾਂ ਤੁਸੀਂ ਇਕੱਲੇ ਹੋ? ਕੋਈ ਹੋਰ ਵੀ ਇੱਥੇ ਸਾਹਿਤਕਾਰ ਹੈਗੇ ਆ ਮਲੇਸ਼ੀਆ ਦੇ ਵਿੱਚ? ਤੁਸੀਂ ਕੁਆਲਾਲੰਪੁਰ ਰਹਿੰਦੇ ਹੋ ਮੇਰਾ ਖਿਆਲ। ਦੇਖੋ ਜੀ, ਸਾਹਿਤਕ ਸਭਾ ਮਲੇਸ਼ੀਆ ਕਾਇਮ ਹੋਈ ਸੀਗੀ ਸਾਡੀ ਆਜ਼ਾਦੀ ਦੇ ਸਮੇਂ। ਅੱਛਾ ਜੀ। 1957 ਵਿੱਚ ਆਜ਼ਾਦੀ ਮਿਲੀ। ਅੱਛਾ ਜੀ। ਹਾਂਜੀ। ਔਰ ਸਾਹਿਤਕ ਸਭਾ ਉਦੋਂ ਬੜੀ ਸਰਗਰਮ ਸੀ ਅਸੀਂ ਸਾਰੇ। ਔਰ 1958 ਦੇ ਵਿੱਚ ਇਹ ਰਜਿਸਟਰ ਹੋਈ ਬਕਾਇਦਾ ਤੌਰ ਤੇ। ਅੱਛਾ ਜੀ। ਅੱਛਾ ਜੀ। ਉਦੋਂ ਦਾ ਮੈਂ ਉਹਦੇ ਨਾਲ ਜੁੜਿਆ ਹੋਇਆ ਵਾਂ। ਅੱਛਾ ਜੀ। ਸਾਹਿਤਕ ਸਭਾ ਦੇ ਨਾਲ ਮੈਨੂੰ 62 ਸਾਲ ਹੋ ਗਏ ਜੁੜੇ ਹੋਏ ਨੂੰ। ਕਿਹੜਾ ਗਿਆਨੀ ਆ, ਵਿਗਿਆਨੀ ਹੈ, ਜਿਹੜਾ ਕੋਈ ਬੁਲਾਰਾ ਹੈ, ਕਿਹੜਾ ਨਹੀਂ ਸਾਡੇ ਕੋਲ ਲੰਘਿਆ। ਉਦੋਂ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਸਾਰੇ ਕਵੀਜਨ ਸੀਗੇ, ਬਹੁਤ ਸਾਰੇ। ਅੱਜ ਕੱਲ੍ਹ ਤਾਂ ਮਲੇਸ਼ੀਆ ਵਿੱਚ ਦੋ ਚਾਰ ਰਹਿ ਗਏ ਨੇ। ਇੱਥੇ ਕਿਹੜੇ ਕਿਹੜੇ ਹੋਰ ਲੇਖਕ ਨੇ ਮਲੇਸ਼ੀਆ ਦੇ ਵਿੱਚ ਅੱਜ ਕੱਲ੍ਹ? ਮਲੇਸ਼ੀਆ ਵਿੱਚ ਅਸੀਂ ਦੋ ਚਾਰ ਰਹਿ ਗਏ ਹਾਂ। ਤੇ ਗੁਰਚਰਨ ਸਿੰਘ ਕਲੀਮ ਤੋਂ ਹੈ, ਤੇ ਮਲਕੀਤ ਸਿੰਘ ਲੋਪੋ ਹੈ, ਪਿਨਾਂਗ ਤੋਂ ਹੈ, ਤੇ ਕੁਆਲਾਲੰਪੁਰ ਤੋਂ ਇੱਥੋਂ ਮੈਂ ਹਾਂ, ਕਰਨੈਲ ਸਿੰਘ ਸ਼ੌਂਕੀ, ਤੇ ਮੱਖਣ ਸਿੰਘ ਚੂਣੇ ਵੀ ਹੈ, ਉਹ ਵੀ ਲਿਖਦਾ ਹੈ। ਤੇ ਇਸ ਤੋਂ ਇਲਾਵਾ ਕੋਈ ਹੋਰ ਜੇ ਮੇਰੇ ਕੋਲ ਨਾਂ ਰਹਿ ਗਿਆ ਹੋਵੇ, ਤੇ ਬਸ ਇਹੀ ਰਹਿ ਗਏ ਨੇ ਦੋ ਚਾਰ ਜਿਹੜੇ ਹੈ। ਤੇ ਕੀ ਉਹਨੂੰ ਕਹਿੰਦੇ ਆ, ਕੋਈ ਉਹ ਗੱਲਾਂ ਇਹ ਸਾਰੇ ਕਵਿਤਾ ਲਿਖਣ ਵਾਲੇ ਨੇ, ਜਾਂ ਕਹਾਣੀ ਵੀ ਲਿਖਦਾ ਇਹਨਾਂ ਚੋਂ ਕੋਈ, ਜਾਂ ਨਾਵਲ ਕਿਸੇ ਦਾ ਕੋਈ ਲਿਖਦੇ ਆ? ਦੇਖੋ ਜਿਹੜਾ ਮਲਕੀਤ ਸਿੰਘ ਲੋਪੋ ਹੈ, ਉਸਨੇ ਤਾਂ ਮਲੇਸ਼ੀਆ ਦਾ ਇਤਿਹਾਸ ਬੜਾ ਲਿਖਿਆ ਹੈ। ਅੱਛਾ ਜੀ। ਤੇ ਹੁਣੇ ਇੱਕ ਅੰਗਰੇਜ਼ੀ ਕਿਤਾਬ ਛਪੀ ਹੈ ਮਲਕੀਤ ਸਿੰਘ ਮੱਲੀ ਵੱਲੋਂ। ਉਦੋਂ ਉਹਦੀ ਰਸਮ ਹੋਈ ਹੈ, ਇੱਥੇ ਮੈਨੂੰ ਸੱਦਿਆ ਗਿਆ। ਮੈਂ ਪਿਛਲੇ ਮਹੀਨੇ ਰਸਮ ਹੋਈ ਉਹਦੀ। ਤੇ ਨਵੀਂ ਕਿਤਾਬ ਛਪੀ ਹੈ ਮਲੇਸ਼ੀਆ ਦੇ ਸਿੱਖਾਂ ਬਾਰੇ। ਅੱਛਾ ਜੀ। ਹਾਂ, ਇਸ ਕਰਕੇ ਅਸੀਂ ਪੰਜ ਸੱਤ ਲਿਖਾਰੀ ਹੁਣ ਮਲੇਸ਼ੀਆ ਵਿੱਚ ਅਸੀਂ ਹੈਗੇ ਹਾਂ। ਅੱਛਾ ਜੀ। ਕਿੱਥੇ 50-60 ਦਾ ਗੱਲ ਮੈਂ ਨਾ ਲਵਾਂ, ਕਿੱਥੇ ਹੁਣ 5-7। ਹਾਂਜੀ। ਸ਼ੌਕੀ ਸਾਹਿਬ, ਮੈਨੂੰ ਇੱਕ ਇਹ ਵੀ ਦੱਸੋ, ਮੈਂ ਤੁਹਾਡਾ ਨਾਮ ਪੜ੍ਹ ਰਿਹਾ, ਤੁਸੀਂ ਲਿਖਿਆ ਕਰਨੈਲ ਸਿੰਘ ਸ਼ੌਕੀ ਨਾਲ PPN PP, ਇਹ ਜਿਹੜਾ ਹੈ ਇਹ ਕੀ ਐਬਰੀਵੇਸ਼ਨ ਹੈ? ਤੁਸੀਂ ਇਹ ਕੋਈ ਅਹੁਦਾ ਹੈ, ਜਾਂ ਕਿਸ ਤਰ੍ਹਾਂ ਤੁਸੀਂ ਜਿਹੜਾ ਨਾਂ ਦੇ ਅੱਗੇ ਤੁਹਾਡੇ ਲੱਗੀਆਂ ਹੋਈਆਂ, ਕੀ ਚੀਜ਼ ਹੈ? ਇਹਦੇ ਬਾਰੇ ਵੀ ਤੁਸੀਂ ਜਾਣਕਾਰੀ ਦਿਓ। ਇਹ ਸਾਨੂੰ ਮਿਲਿਆ ਸ਼ਾਹੀ ਪੁਰਸਕਾਰ। ਅੱਛਾ ਜੀ। ਸਭ ਤੋਂ ਪਹਿਲਾਂ ਮੈਨੂੰ ਮਿਲਿਆ ਪਿੰਗਾ ਪੰਕਵਨ, ਮਲੇਸ਼ੀਆ। ਅੱਛਾ ਜੀ। ਅੱਛਾ ਜੀ। ਉਹ ਸੀਗਾ ਸਨ 1968 ਵਿੱਚ। ਅੱਛਾ ਜੀ। 1986 ਵਿੱਚ ਫਿਰ ਮੈਨੂੰ ਮਿਲਿਆ ਪਿੰਗਾ ਪੰਕਵਨ ਨਗਾਰਾ PPN। ਇਹ ਸੀਗਾ ਬਾਦਸ਼ਾਹ ਮਲੇਸ਼ੀਆ ਸਲਾਮਤ ਵੱਲੋਂ।
ਉਸ ਤੋਂ ਬਾਅਦ ਹਾਂਜੀ। ਮੈਨੂੰ ਮਿਲਿਆ ਇੱਕ PPT। ਅੱਛਾ ਜੀ। ਇਹ ਤੁਹਾਡੇ ਸੁਣਨ ਦੀ ਗੱਲ ਹੈ। ਇਹ PPT ਜਿਹੜਾ ਹੈ ਇਹ ਹਾਂਜੀ। ਮਿਲਿਆ ਉਸ ਬੰਦੇ ਪਾਸੋਂ ਮਿਲਿਆ ਜਿਹੜਾ ਕਿ ਇੱਕ ਸਮੇਂ ਚੀਫ ਜਸਟਿਸ ਤੇ ਲਾਰਡ ਪ੍ਰੈਜ਼ੀਡੈਂਟ ਬਣਿਆ। ਅੱਛਾ ਜੀ। ਉਸ ਤੋਂ ਬਾਅਦ ਉਸ ਨੂੰ ਸੱਦਾ ਪੱਤਰ ਆ ਗਿਆ ਰਾਇਲਟੀ ਦੇ ਵਿੱਚ, ਸ਼ਾਹੀ ਦੇ ਵਿੱਚ, ਕਿ ਉਹ ਸੁਲਤਾਨ ਦੀ ਜਗ੍ਹਾ ਉਹਦੇ ਵਾਸਤੇ ਖਾਲੀ ਹੋ ਗਈ। ਉਹ ਸੁਲਤਾਨ ਬਣ ਗਿਆ। ਅੱਛਾ ਜੀ। ਸੁਲਤਾਨ ਤੋਂ ਉਹ ਕਿੰਗ ਬਣਿਆ, ਰਾਜਾ ਅਜ਼ਲਨ ਸ਼ਾਹ। ਅੱਛਾ ਜੀ। ਉਹ ਕਿੰਗ ਬਣਿਆ। ਅੱਛਾ ਜੀ। ਤੇ ਉਹ ਜਿਹੜਾ ਸੀਗਾ, ਇਹ ਜਿਹੜਾ ਆਪਣਾ ਇਹ ਸੀਗਾ ਕਿੰਗ ਸੀਗਾ ਰਾਜਾ ਅਜ਼ਲਨ ਸ਼ਾਹ। ਇਹ ਇੱਕ ਲਾਰਡ ਪ੍ਰੈਜ਼ੀਡੈਂਟ ਹੁੰਦਾ ਹੋਇਆ, ਇੱਕ ਚੀਫ ਜਸਟਿਸ ਹੁੰਦਾ ਹੋਇਆ। ਇਸ ਹਾਂਜੀ। ਤਰ੍ਹਾਂ ਦਾ ਬਾਦਸ਼ਾਹ ਦੁਨੀਆ ਦੇ ਵਿੱਚ ਇਹ ਪਹਿਲਾ ਕਿ ਇੰਨੀ ਉੱਚੀ ਤਾਲੀਮ ਪਾਈ ਹੋਵੇ ਤੇ ਉਹ ਕਿੰਗ ਬਣਿਆ ਹੋਵੇ। ਇਹ ਮਲੇਸ਼ੀਆ ਦੀ ਹਿਸਟਰੀ ਹੈ। ਨਹੀਂ, ਇਹ ਉਸੇ ਸ਼ਾਹੀ ਪਰਿਵਾਰ ਚੋਂ ਸੀ ਕਿ ਕਿਸੇ ਹੋਰ ਚੋਂ ਹੈ, ਕਿ ਸ਼ਾਹੀ ਪਰਿਵਾਰ ਦੇ ਵਿੱਚੋਂ ਹੀ ਸੀ ਇਹ ਜਿਹੜੇ? ਇਹ ਇੱਥੇ ਸਾਡੇ ਸ਼ਾਹੀ ਪਰਿਵਾਰ ਅੱਡੋ ਅੱਡ 9 ਸੁਲਤਾਨ ਹੈ ਮਲੇਸ਼ੀਆ ਦੇ ਵਿੱਚ, 9 ਅੱਛਾ ਸ਼ਾਹੀ ਜੀ। ਪਰਿਵਾਰ ਨੇ। ਉਹਨਾਂ ਅੱਛਾ ਵਿੱਚੋਂ ਇਹ ਪਰਿਵਾਰ ਜਿਹੜਾ ਵਾ ਇਹ ਥੋੜਾ ਜਿਹਾ ਅਹਿਮੀਅਤ ਰੱਖਦਾ ਹੈ, ਕਿਉਂਕਿ ਅੱਛਾ ਇਹਦੀ ਜੀ। ਜਿਹੜੀ ਤਾਲੀਮ ਹੈ ਇੰਨੀ ਉੱਚੀ ਤਾਲੀਮ ਦੇ ਨਾਲ ਇਹ ਫਿਰ ਜਾ ਕੇ ਇਸ ਦੇ ਪਾਸੋਂ ਮੈਨੂੰ ਮਿਲਿਆ PPT। ਅੱਛਾ ਜੀ। ਇਹ ਇਤਿਹਾਸਕ ਹਿਸਟਰੀ। ਜਿਹੜੇ ਤੁਹਾਡੇ ਤਿੰਨੇ ਇਹ ਪੁਰਸਕਾਰ ਨੇ, ਇਹ ਤਿੰਨੇ ਸਰਕਾਰੀ ਨੇ, ਸਰਕਾਰ ਵੱਲੋਂ ਦਿੱਤੇ ਗਏ, ਇੱਥੋਂ ਦੇ ਮਲੇਸ਼ੀਅਨ ਸਰਕਾਰ ਵੱਲੋਂ ਆਪ ਨੂੰ? ਹੈ ਸ਼ਾਹੀ ਤੌਰ ਤੇ, ਸ਼ਾਹੀ ਸਰਕਾਰ ਹੋਰ ਹੈ, ਸ਼ਾਹੀ ਹੋਰ ਹੈ। ਤੁਹਾਨੂੰ ਸ਼ਾਹੀ, ਅੱਛਾ, ਸ਼ਾਹੀ ਤੌਰ ਤੇ ਮਿਲੇ ਆ? ਅੱਛਾ, ਸਰਕਾਰ ਦਾ ਤੁਹਾਨੂੰ, ਠੀਕ ਹੈ। ਤੇ ਪਰ ਇਸ ਦਾ ਜਿਹੜਾ ਹੈਗਾ ਆਪਣਾ ਜਿਹੜਾ ਇਸ ਦਾ ਕੀ ਉਹਨੂੰ ਕਹਿੰਦੇ ਆ ਬਈ, ਸਿਫਾਰਿਸ਼ ਇਸ ਦੀ ਸਰਕਾਰ ਦਿੰਦੀ ਹੈ। ਸਿਫਾਰਿਸ਼ ਸਰਕਾਰ ਦਿੰਦੀ ਹੈ ਤੇ ਫਿਰ ਇਹ ਮਾਮਲਾ ਸ਼ਾਹੀ ਦਰਬਾਰ ਤੇ ਜਾਂਦਾ ਹੈ। ਉੱਥੋਂ ਫਿਰ ਇਹ ਤਗਮਾ ਮਿਲਦਾ ਹੈ। ਸਾਡੇ ਇੱਥੇ ਇੱਕ ਜਮਾਤ ਹੈ MIC, ਮਲੇਸ਼ੀਅਨ ਇੰਡੀਅਨ ਕਾਂਗਰਸ। ਸ਼ੌਕੀ ਸਾਹਿਬ, ਇਹ ਦੱਸੋ ਕਿ ਤੁਸੀਂ ਪੰਜਾਬੀ ਭਾਸ਼ਾ ਦੇ ਲਈ ਬਾਹਰ ਵਿਸ਼ਵ ਦੇ ਵਿੱਚ ਜਿਹੜੀਆਂ ਅਲੱਗ-ਅਲੱਗ ਇਹਦੇ ਵਿਕਾਸ ਦੇ ਲਈ, ਪੰਜਾਬੀਅਤ ਦੇ ਲਈ ਜਿਹੜੀਆਂ ਕਾਨਫਰੰਸਾਂ ਵਗੈਰਾ ਹੁੰਦੀਆਂ ਨੇ, ਉਹਨਾਂ ਦੇ ਵਿੱਚ ਵੀ ਤੁਸੀਂ ਸ਼ਮੂਲੀਅਤ ਕੀਤੀ ਹੈ? ਕਦੇ ਇੱਥੇ ਨੁਮਾਇੰਦਗੀ ਕੀਤੀ ਹੈ ਮਲੇਸ਼ੀਆ ਦੀ? ਹਾਂਜੀ। ਇੱਥੇ ਮਲੇਸ਼ੀਆ ਵਿੱਚ ਵੀ ਸਾਡੀਆਂ ਕਾਨਫਰੰਸਾਂ ਹੁੰਦੀਆਂ ਰਹੀਆਂ, ਮਲੇਸ਼ੀਆ ਦੇ ਵਿੱਚ ਵੀ ਬਹੁਤ ਹੁੰਦੀਆਂ ਰਹੀਆਂ। ਉਹਨਾਂ 71 ਵਿੱਚ ਮੈਂ ਸ਼ਾਮਲ ਹੁੰਦਾ ਰਿਹਾ। ਅੱਛਾ ਜੀ। ਤੇ ਹੋਰ ਇੰਗਲੈਂਡ ਵਿਖੇ ਵੀ ਮੈਂ 1-2 ਥਾਂ ਤੇ ਉਹਨਾਂ ਨਾਲ ਸਲਾਹ ਮਸ਼ਵਰਾ ਕੀਤਾ। ਖਾਸ ਕਰਕੇ ਮੇਰਾ ਸੰਬੰਧ ਰਿਹਾ ਪੰਜਾਬੀ ਪ੍ਰਵਾਸੀ ਭਾਰਤੀ ਦਿਵਸ ਭਾਰਤ ਇੰਡੀਆ ਨਾਲ। ਅੱਛਾ ਜੀ। ਜਿਹੜੀ ਕਿ ਤਕਰੀਬਨ 100 ਮੁਲਕਾਂ ਦੀ ਦੁਨੀਆ ਭਰ ਵਿੱਚ ਜਮਾਤ ਹੈ, ਔਰ ਅਸੀਂ ਆਪੋ ਆਪਣਾ ਜੋ ਵੀ ਸਾਡਾ ਬਣਦਾ ਸਾਡੇ ਵਾਸਤੇ, ਜੋ ਵੀ ਸਾਨੂੰ ਮੁਸ਼ਕਲਾਂ ਪੈਦਾ ਹੁੰਦੀਆਂ ਬਗਾਨੇ ਦੇਸ਼ਾਂ ਵਿੱਚ, ਅਸੀਂ ਉੱਥੇ ਜਾ ਕੇ ਇਹ ਸਾਰੀ ਗੱਲਬਾਤ ਭਾਰਤ ਦੀ ਸਰਕਾਰ ਨਾਲ ਕਰਦੇ ਨੇ, ਉਹ ਸੁਣਦੇ ਨੇ। ਤੇ ਇਹ ਜਿਹੜੀ ਇਹ ਪ੍ਰਵਾਸੀ ਭਾਰਤੀ ਦਿਵਸ, ਇਹ ਪਿੱਛੇ ਜੇ 10-12 ਸਾਲ ਤੋਂ ਸ਼ੁਰੂ ਹੋਇਆ, ਅੱਗੇ ਨਹੀਂ ਸੀਗਾ ਇਹ। ਅੱਛਾ ਜੀ। ਇਹ ਅਟਲ ਬਿਹਾਰੀ ਵਾਜਪਾਈ ਤੋਂ ਸ਼ੁਰੂ ਹੋਇਆ। ਅੱਛਾ ਜੀ। ਤੇ ਹੁਣ ਬੜਾ ਸਰਗਰਮ ਹੈ। ਹਾਂਜੀ। ਇਹਦੀ ਮੀਟਿੰਗ ਆਏ ਸਾਲ ਹੁੰਦੀ ਸੀ, ਔਰ ਇੰਡੀਆ ਦਾ ਪ੍ਰਧਾਨ ਮੰਤਰੀ ਆ ਕੇ ਇਸ ਦਾ ਉਦਘਾਟਨ ਕਰਦਾ ਸੀ, ਔਰ ਅਗਲੇ ਦਿਨ ਇੰਡੀਆ ਦਾ ਜਿਹੜਾ ਕਿੰਗ ਹੈ, ਜਿਹੜਾ ਰਾਸ਼ਟਰਪਤੀ ਹੈ, ਉਹ ਆ ਕੇ ਦੂਸਰੇ ਦਿਨ ਆ ਕੇ ਇਸ ਸਮਾਰੋਹ ਵਿੱਚ ਸ਼ਾਮਲ ਹੁੰਦਾ ਸੀ। ਇਹ ਕਾਨਫਰੰਸਾਂ ਕੋਈ ਤਕਰੀਬਨ 100 ਦੇ ਕਰੀਬ ਮੁਲਕ ਸਾਰੀ ਦੁਨੀਆ ਤੋਂ ਉੱਥੇ ਪਹੁੰਚਦੇ ਨੇ। ਤਕਰੀਬਨ 5000 ਡੈਲੀਗੇਟ ਹੁੰਦਾ ਹੈ, ਔਰ ਉੱਥੇ ਸਲਾਹ ਮਸ਼ਵਰਾ ਹੁੰਦਾ ਭਾਰਤੀ ਮੰਤਰੀਆਂ ਦੇ ਨਾਲ, ਸਾਰੀ ਗੱਲਬਾਤ ਹੁੰਦੀ ਹੈ। ਇਹਦੇ ਵਿੱਚ ਦਾਸ ਇਸ ਵੇਲੇ ਬੜਾ ਸਰਗਰਮ ਹੈ। ਸ਼ੌਕੀ ਸਾਹਿਬ, ਇਹ ਵੀ ਦੱਸੋ ਵੀ ਜਿਵੇਂ ਤੁਸੀਂ ਪੰਜਾਬੀ ਬੋਲਦੇ ਹੋ, ਤੁਸੀਂ ਪੰਜਾਬੀ ਨਾਲ ਜੁੜੇ ਹੋ, ਤੁਹਾਡੇ ਬੱਚੇ ਬਾਰੇ ਵੀ ਦੱਸੋ ਕਿ ਜਿਹੜੇ ਤੁਹਾਡੇ ਬੱਚੇ ਹੈ, ਕੀ ਉਹ ਵੀ ਪੰਜਾਬੀ ਨਾਲ ਜੁੜੇ ਆ, ਉਹਨਾਂ ਨੂੰ ਪੰਜਾਬੀ ਬੋਲਦੇ ਆ, ਪੰਜਾਬੀ ਆਉਂਦੀ ਹੈ, ਕਿ ਉਹ ਮਲਾਇਆ ਦੇ ਜੰਪਲ ਹੋਣ ਕਰਕੇ ਮਲਾਇਆ ਹੀ ਬੋਲਦੇ ਆ? ਦੇਖੋ, ਸਾਡਾ ਬਾਪ ਖੰਡ ਪਾਠੀ ਸੀਗਾ ਤੇ ਮੇਰੀਆਂ ਤਿੰਨੇ ਭੈਣਾਂ ਖੰਡ ਪਾਠੀ ਨੇ। ਔਰ ਮੈਂ ਵੀ ਖੰਡ ਪਾਠ ਹਿੱਸਾ ਲੈ ਲੈਣਾ। ਮੇਰੇ ਘਰ ਵਾਲੇ ਤਾਂ ਪੱਕੀ ਖੰਡ ਪਾਠਣ ਹੈ ਨਾ। ਅੱਛਾ ਜੀ। ਤੇ ਬੱਚਿਆਂ ਦੀ ਰੁਚੀ ਪੰਜਾਬੀ ਵੱਲ, ਖਾਸ ਕਰਕੇ ਮੇਰੇ ਪੋਤਿਆਂ ਦੋਹਤਿਆਂ ਦੀ ਬਹੁਤ ਪੂਰੀ ਤਰ੍ਹਾਂ ਪੰਜਾਬੀ ਦੇ ਵਿੱਚ ਨੇ, ਉਹ ਮਗਨ ਨੇ, ਤੇ ਪੰਜਾਬੀ ਉਹਨੂੰ ਭਾਸ਼ਾ ਪੂਰੀ ਕਰਵਾਈ ਜਾ ਰਹੀ ਹੈ। ਅੱਛਾ ਜੀ।
ਤੇ ਉਹਨਾਂ ਨੂੰ ਬੱਚਿਆਂ ਨੂੰ ਵੀ ਕੋਈ ਲਿਖਣ ਦਾ ਇਸ ਤਰ੍ਹਾਂ ਸ਼ੌਂਕ ਹੈ ਜਿਵੇਂ ਜਾਂ ਬੋਲਣ ਦਾ, ਜਿਵੇਂ ਤੁਸੀਂ ਲਿਖਦੇ ਹੋ, ਬੋਲਦੇ ਹੋ, ਜਾਂ ਸੱਭਿਆਚਾਰਕ ਪ੍ਰੋਗਰਾਮਾਂ ਦੇ ਵਿੱਚ ਜਾਂਦੇ ਹੋ, ਇਸ ਤਰ੍ਹਾਂ? ਉਹ ਸਿਰਫ ਮੇਰੀਆਂ ਲਿਖਤਾਂ ਪੜ੍ਹਦੇ ਨੇ ਤੇ ਉਹ ਵੇਖਦੇ ਅੱਛਾ ਨੇ, ਜੀ। ਹਮੇਸ਼ਾ ਬੜੇ ਖੁਸ਼ ਹੁੰਦੇ ਨੇ, ਪਰ ਆਪਣੇ ਆਪ ਉਹਨਾਂ ਦੀ ਰੁਚੀ ਅਜੇ ਮੇਰੇ 2 ਬੱਚੇ ਨੇ, ਇਹਨਾਂ ਦੀ ਰੁਚੀ ਨਹੀਂ ਹੋਈ ਇਸ ਪਾਸੇ ਲਿਖਣ ਵੱਲ। ਅੱਛਾ ਜੀ। ਹਾਂਜੀ। ਤੇ ਇੱਥੇ ਤਾਂ ਕੋਈ ਇਸ ਤਰ੍ਹਾਂ ਦਾ ਨਿਊਜ਼ਪੇਪਰ, ਅਖਬਾਰ ਵੀ ਹੈ ਮਲੇਸ਼ੀਆ ਦੇ ਵਿੱਚ ਕਿਸ ਤਰ੍ਹਾਂ ਦਾ ਪੰਜਾਬੀ ਦਾ ਜਿਹੜਾ ਨਿਕਲਦਾ ਹੋਵੇ, ਤੇ ਜਾਂ ਕੋਈ ਇਸ ਤਰ੍ਹਾਂ ਦਾ ਪਲੇਟਫਾਰਮ ਕੋਈ ਇਸ ਤਰ੍ਹਾਂ ਦਾ ਹੋਵੇ ਜਿੱਥੇ ਕਿ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਸੁਲਝਾਇਆ ਜਾਂਦਾ ਹੋਵੇ? ਦੇਖੋ, ਸਾਡੇ ਜਿਹੜੇ ਮਲੇਸ਼ੀਆ ਦੇ ਵਿੱਚ ਚੰਗੇ ਭਾਗ ਨੇ, ਇੱਥੇ ਪਹਿਲਾਂ ਹਾਂਜੀ ਪਰਦੇਸੀ ਖਾਲਸਾ ਸੇਵਕ ਪੇਪਰ ਸ਼ੁਰੂ ਹੈਗਾ ਸੀ। 1960 ਦੇ ਵਿੱਚ ਗਿਆਨੀ ਤਰਲੋਚਨ ਸਿੰਘ ਨੇ ਮਲਾਇਆ ਸਮਾਚਾਰ ਸ਼ੁਰੂ ਕੀਤਾ, ਅੱਛਾ ਜੀ। ਜਿਹੜਾ ਅੱਜ ਵੀ ਪ੍ਰਚਲਿਤ ਹੈ, ਅੱਜ ਵੀ ਖੂਬ ਆਪਣੀ ਸੇਵਾ ਨਿਭਾ ਰਿਹਾ ਹੈ। ਅੱਛਾ ਜੀ। ਤੇ ਸਿੰਗਾਪੁਰ ਦੇ ਵਿੱਚ ਚੱਲਦਾ ਸੀਗਾ ਨਵਜੀਵਨ, ਜਿਹੜਾ ਕਿ ਹਾਂਜੀ ਉਹ ਆਪਣੇ ਜਿਹੜਾ ਉਹਦਾ ਚੀਫ ਸੀਗਾ ਦੀਵਾਨ ਸਿੰਘ ਜੀ, ਉਹਦੇ ਕਾਲ ਚਲਾਈ ਨਾਲ ਉਹ ਉਸੇ ਤਰ੍ਹਾਂ ਉਹ ਪੂਰਾ ਉਹ ਨਹੀਂ ਮੁੜ ਕੇ ਤੁਰਿਆ। ਅੱਛਾ ਜੀ। ਤੇ ਨਵਾਂ ਸੰਸਾਰ ਇੱਥੇ 3 ਸਾਲ ਚੱਲਿਆ, ਉਹ ਬੰਦ ਹੋ ਗਿਆ ਸੀ। ਤੇ ਹੁਣ ਮਲਾਇਆ ਸਮਾਚਾਰ ਪੂਰੀ ਹਰਕਤ ਵਿੱਚ ਹੈ। ਇਹਨਾਂ ਦਿਨਾਂ ਵਿੱਚ ਮੇਰੀਆਂ ਕਵਿਤਾਵਾਂ ਛਪ ਰਹੀਆਂ ਨੇ, ਕੁਛ ਉੱਥੇ 2 ਪਹੁੰਚੀਆਂ ਹੋਈਆਂ ਨੇ, ਉਹ ਛਪ ਜਾਣੀਆਂ ਨੇ, ਤੇ ਇਸ ਵਿੱਚ ਅਸੀਂ ਪੂਰੇ ਮਗਨ ਤੇ ਸਰਗਰਮ ਹਾਂ ਜੀ। ਸ਼ੌਕੀ ਸਾਹਿਬ, ਜਿਵੇਂ ਬਾਕੀ ਦੇਸ਼ਾਂ 'ਚ ਬਹੁਤ ਸਾਰਾ ਥਾਵਾਂ ਤੇ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜਾ ਸਾਨੂੰ ਪੱਖਪਾਤ ਕੀਤਾ ਜਾਂਦਾ ਹੈ ਪ੍ਰਵਾਸੀਆਂ ਨਾਲ, ਜਿਵੇਂ ਕਿ ਖਾਸ ਕਰਕੇ ਬਹੁਤ ਸਾਰੇ ਆਸਟ੍ਰੇਲੀਆ ਅਸੀਂ ਕਹਿ ਸਕਦੇ ਹਾਂ, ਜਾਂ ਅਮਰੀਕਾ, ਇਸ ਤਰ੍ਹਾਂ ਦੇ ਕੋਈ ਦੇਸ਼ ਨੇ ਜਿੱਥੇ ਕਿ ਦੂਸਰੀ ਜਿਹੜੇ ਦੇਸ਼ਾਂ ਤੋਂ ਆਏ ਹੋਏ ਲੋਕ ਨੇ, ਪ੍ਰਵਾਸੀ ਹੁੰਦੇ ਆ, ਉਹਨਾਂ ਨੂੰ ਉਹ ਥੋੜ੍ਹੀ ਜਿਹੀ ਨਫ਼ਰਤ ਕਰਦੇ ਆ। ਇਸ ਤਰ੍ਹਾਂ ਦੀ ਭਾਵਨਾ ਇੱਥੋਂ ਦੇ ਲੋਕਾਂ ਦੇ ਵਿੱਚ ਹੈ ਮਲੇਸ਼ੀਆ ਦੇ ਵਿੱਚ ਪੰਜਾਬੀਆਂ ਪ੍ਰਤੀ, ਜਾਂ ਪਿਆਰ ਕਰਦੇ ਨੇ, ਉਹਨਾਂ ਨੂੰ ਬਰਾਬਰ ਦੇ ਜਿਹੜੇ ਰਾਈਟਸ ਦਿੱਤੇ ਗਏ ਨੇ, ਬਰਾਬਰ ਦੇ ਹੱਕ ਨੇ? ਮਲੇਸ਼ੀਆ ਵਿੱਚ ਬੜੀ ਪ੍ਰਮਾਤਮਾ ਦੀ ਕਿਰਪਾ ਹੈ, ਕੋਈ ਨਸਲੀ ਐਸੀ ਗੱਲਬਾਤ ਨਹੀਂ ਇੱਥੇ। ਸਾਰੇ ਜਿਹੜਾ ਕਾਨੂੰਨ ਹੈ ਮਲੇਸ਼ੀਆ ਦਾ, ਉਹ ਬੜਾ ਸੈਕੂਲਰ ਹੈ, ਸਾਨੂੰ ਬਰਾਬਰ ਹੱਕ ਹੈ, ਹਰ ਇੱਕ ਨੂੰ ਬਰਾਬਰ ਹੱਕ ਹੈ ਇੱਥੇ। ਕੋਈ ਨਸਲ ਗੱਲਬਾਤ ਵੱਧ ਨਹੀਂ, ਐਸੀ ਵੱਧ ਨਹੀਂ ਹੈ। ਸਾਡਾ ਮੁਲਕ ਦੇਖੋ, ਅਸੀਂ ਸਾਡੇ ਜਿਹੜੇ ਵਾਟ ਯੂ ਕਾਲ, ਅਸੀਂ ਬਰਾਬਰ ਸਰਕਾਰ ਦੇ ਭਾਈਵਾਲ ਆ ਗੌਰਮੈਂਟ ਦੇ ਵਿੱਚ। ਸਾਡੇ ਤਾਂ ਤਕਰੀਬਨ 7 ਮੰਤਰੀ ਹੁੰਦੇ ਸੀ, ਹੁਣ ਪਿਛਲੇ ਚੋਣਾਂ। ਸ਼ੌਕੀ ਸਾਹਿਬ, ਤੁਸੀਂ ਸਟੇਜੀ ਕਵੀ ਰਹੇ ਹੋ, ਤੁਸੀਂ ਕਵਿਤਾਵਾਂ ਲਿਖੀਆਂ ਤੇ ਜਾਂਦੇ ਜਾਂਦੇ ਦਰਸ਼ਕਾਂ ਨੂੰ ਇੱਕ ਆਪਣੀ ਕੋਈ ਉਹ ਵੰਨਗੀ ਕਵਿਤਾ ਦੀ ਜਿਹੜੀਆਂ ਤੁਸੀਂ ਬੋਲਦੇ ਰਹੋ, ਜਿਹੜੀਆਂ ਲੋਕਾਂ ਦੇ ਵਿੱਚ ਬੜੀ ਹਰਮਨ ਪਿਆਰੀ ਹੋਈ ਹੋਵੇ, ਤੇ ਤੁਹਾਨੂੰ ਵੀ ਇਹ ਹੋਵੇ ਕਿ ਮੇਰਾ ਇਹ ਸ਼ਾਹਕਾਰ ਹੈ, ਉਹ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰੋ। ਹਾਂਜੀ, ਮੈਂ ਕਈ ਵਾਰ ਇੱਥੇ ਆਪਣੇ ਦੋਸਤਾਂ ਮਿੱਤਰਾਂ ਨਾਲ ਕਈ ਵਾਰ ਉਹ ਵੀ ਸੁਣਦੇ, ਮੈਨੂੰ ਕੋਈ ਸੁਣਾਓ, ਉਹਨੂੰ ਵੀ ਸੁਣਾ ਦਈਦਾ, ਕੋਈ ਨਾ ਕੋਈ ਸੁਣਾ ਦਈਦਾ। ਹਾਂਜੀ। ਮਿੱਠੀ 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 ਸੁਰ ਦੇ ਅੰਦਰ ਕੋਈ ਗੀਤ ਗਮਾਂ ਦੇ ਗਾਵੇ। ਹਾਂਜੀ। 4 ਚੁਫੇਰੇ ਤੱਕਦਾ ਹਾਂ ਪਰ ਮੂਲ ਨਜ਼ਰ ਨਾ ਆਵੇ। ਐਸਾ ਬੋਲ ਰਸੀਲਾ ਉਸਦਾ ਸੁਣਿਆ ਮੂੰਹ ਦਾ ਜਾਵੇ, ਦਿਲ ਮੇਰੇ ਦੀ ਲੁੱਟ ਦੌਲਤ ਦਿਸਦਾ ਕਿਤੇ ਛੁਪਾਵੇ। ਵਾਹ। ਮਨੂੰ ਮੋਹਣੇ ਗੀਤ ਉਸੇ ਸੁਣ ਮੈਂ ਪਾਗਲ ਹੋਇਆ, ਉੱਠ ਪਏ ਸੋਵੇਂ ਪਿਆਰ ਦੇ ਦਿਲ ਛੁਪਾਤੇ ਛੋਇਆ। ਪਿਆਸਾਂ ਉੱਠ ਤੁਰਦਾ ਉੱਠਿਆ ਦਿਲ ਕਿਰਪਾਵੇ, ਕੀ ਇਹ ਦੁਸ਼ਮਣ ਹੈ ਜਾਂ ਦੋਸਤ ਸਮਝ ਤਾਂ ਨਾ ਆਵੇ। ਕੀ ਸਮਝਾਂ ਜੋ ਪਿਆਰਾਂ ਵਾਲੇ ਤਿੱਖੇ ਤੀਰ ਚਲਾਵੇ, ਤਰਬਾ ਕੱਢਣ ਦਰਦ ਸੋਹੇ ਦੂਰ ਬੈਠਾ ਕੋਈ ਗਾਵੇ, ਸ਼ੌਂਕੀ ਦਿਲ ਨੂੰ ਕੋਈ ਮਧੁਰ ਆਵਾਜ਼ ਬੁਲਾਵੇ। ਵਾਹ। ਅੱਛਾ, ਇਹ ਤੁਹਾਡੀ ਕਵਿਤਾ ਜਿਹੜੀ ਆ ਬੜੀ ਕਿਆ ਬਾਤ ਹੈ, ਬਹੁਤ ਅੱਛੀ ਪੇਸ਼ਕਾਰੀ ਹੈ, ਪ੍ਰੈਜੈਂਟੇਸ਼ਨ ਹੈ। ਤੇ ਆਪਾਂ ਸ਼ੌਕੀ ਸਾਹਿਬ, ਕਿਉਂਕਿ ਜਿਹੜਾ ਸਮਾਂ ਹੈ ਉਹ ਵੀ ਨਿਸ਼ਚਿਤ ਹੁੰਦਾ, ਇਸ ਕਰਕੇ ਥੋੜਾ ਜਿਹਾ ਆਪਾਂ ਤੁਹਾਡੇ ਨਾਲ ਮਲੇਸ਼ੀਆ ਬਾਰੇ ਹੋਰ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ। ਤੇ ਉਹ ਪਿਆਰੇ ਦਰਸ਼ਕੋ, ਤੁਹਾਨੂੰ ਸਾਰਿਆਂ ਨੂੰ ਇਹ ਕਿ ਅਸੀਂ ਅਲੱਗ-ਅਲੱਗ ਸਮੇਂ ਇੱਥੋਂ ਦੇ ਵੱਖ-ਵੱਖ ਐਪੀਸੋਡਸ ਮਲੇਸ਼ੀਆ ਬਾਰੇ ਅਸੀਂ ਅਗਲੇ ਦਿਨਾਂ ਦੇ ਵਿੱਚ ਫਿਰ ਸ਼ੌਕੀ ਸਾਹਿਬ ਨਾਲ ਗੱਲ ਕਰਾਂਗੇ, ਤੇ ਖਾਸ ਕਰਕੇ ਗੱਲ ਕਰਾਂਗੇ ਅਸੀਂ ਉੱਥੋਂ ਦੇ ਗੁਰਦੁਆਰਿਆਂ ਬਾਰੇ, ਵੀ ਜਿਹੜੇ ਗੁਰਦੁਆਰਾ ਸਾਹਿਬ ਨੇ ਉੱਥੇ, ਉਹ ਮਲੇਸ਼ੀਆ ਦੇ ਵਿੱਚ ਉਹਨਾਂ ਦੀ ਕੀ ਸਥਿਤੀ ਹੈ, ਕਿੰਨੇ ਗੁਰਦੁਆਰੇ ਨੇ, ਕਿੱਥੇ-ਕਿੱਥੇ ਨੇ, ਉਹਨਾਂ ਬਾਰੇ ਆਪਾਂ ਨੂੰ ਇਹ ਡਿਟੇਲ ਦੇ ਵਿੱਚ ਆਪਾਂ ਨੂੰ ਦੱਸਣਗੇ। ਅਗਲੀ ਮੁਲਾਕਾਤ ਦੇ ਵਿੱਚ ਫਿਰ ਕਰਾਂਗੇ, ਥੋੜੇ ਦਿਨਾਂ ਬਾਅਦ ਤੁਹਾਨੂੰ ਮਿਲਾਵਾਂਗੇ। ਸਰਦਾਰ ਕਰਨੈਲ ਸਿੰਘ ਚੌਂਕੀ। ਚੌਂਕੀ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਆਪਣਾ ਕੀਮਤੀ ਸਮਾਂ ਸਾਡੇ ਦਰਸ਼ਕਾਂ ਨੂੰ ਕੱਢਿਆ। ਤੁਹਾਡਾ ਬਹੁਤ-ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ। ਧੰਨਵਾਦ। ਥੈਂਕ ਯੂ ਸੋ ਮਚ। ਧੰਨਵਾਦ।